ਮਨਪ੍ਰੀਤ, ਖਬਰ ਜਿਹੜੀ ਹੈ ਜੀ ਅੱਜ ਪਹਿਲੀ ਖਬਰ ਜਿਹੜੀ ਮੈਂ ਕਰਨਾ ਚਾਹੁੰਦੀ ਹਾਂ ਉਹ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਆ। ਸੋ ਲਾਰੈਂਸ ਬਿਸ਼ਨੋਈ ਨੇ ਇਸ ਵੇਲੇ NIA ਦੇ ਨਾਲ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਮੈਨੂੰ ਨਾ ਪੁਲਿਸ ਸਿਕਿਉਰਿਟੀ ਜਿਹੜੀ ਹੈ ਉਹਦੇ ਲਈ ਫੋਨ ਆਉਂਦੇ ਨੇ, ਮਤਲਬ ਕਿ ਵੀ ਮੈਨੂੰ ਜਿਹੜੇ ਪੋਲੀਟੀਸ਼ੀਅਨਸ ਨੇ ਜਾਂ ਮੈਨੂੰ ਜਿਹੜੇ ਸੈਲੈਬ੍ਰਿਟੀਜ਼ ਨੇ ਉਹ ਮੈਨੂੰ ਫੋਨ ਕਰਕੇ ਕਹਿੰਦੇ ਨੇ ਵੀ ਮੈਨੂੰ ਥ੍ਰੈਟ ਕਾਲ ਦਿਓ। ਜੇ ਤੁਸੀਂ ਮੈਨੂੰ ਥ੍ਰੈਟ ਕਾਲ ਕਰੋਗੇ ਫਿਰ ਅਸੀਂ ਗਾਂਹ ਜਾ ਕੇ ਦੱਸ ਦਾਂਗੇ ਅਤੇ ਸਾਨੂੰ ਜਿਹੜੀ ਸਾਡੀ ਸਿਕਿਉਰਿਟੀ ਹੈ ਉਹ ਬੀਫ ਅਪ ਹੋ ਜਾਏਗੀ। ਬਿਲਕੁਲ, ਦੇਖੋ ਜੈਸਮੀਨ ਜੀ, ਬਹੁਤ ਹੈਰਾਨੀਜਨਕ ਖੁਲਾਸੇ ਨੇ ਔਰ ਇਸ ਤੋਂ ਇਹ ਵੀ ਪਤਾ ਲੱਗਦਾ ਕਿ ਭਾਰਤ ਦੇ ਵਿੱਚ ਜਿਹੜੇ ਗੈਂਗਸਟਰਸ ਨੇ, ਚਾਹੇ ਵੱਖਰੀਆਂ ਵੱਖਰੀਆਂ ਜੇਲ੍ਹਾਂ 'ਚ ਬੰਦ ਨੇ, ਚਾਹੇ ਉਹ ਪੰਜਾਬ ਦੇ ਵਿੱਚ ਹੋਣ, ਚਾਹੇ ਉਹ ਦਿੱਲੀ ਦੇ ਵਿੱਚ ਹੋਣ, ਕਿਸ ਤਰ੍ਹਾਂ ਆਪਣੀ ਇੱਕ ਤਰ੍ਹਾਂ ਦੀ ਜੇਲ੍ਹਾਂ ਦੇ ਵਿੱਚੋਂ ਰਿਆਸਤ ਚਲਾਉਂਦੇ ਨੇ। ਹੁਣ ਇਹ ਜਿਹੜੇ ਖੁਲਾਸੇ ਹੋਏ ਨੇ ਇਹ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ, NIA ਜਿਹਨੂੰ ਆਪਾਂ ਕਹਿ ਦਿੰਦੇ ਆ। NIA ਨੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਇੰਟਰੋਗੇਟ ਕੀਤਾ ਸੀ, ਇਸ ਤੋਂ ਪੁੱਛਗਿੱਛ ਕੀਤੀ ਸੀ ਔਰ ਉਸ ਦੌਰਾਨ ਇਹ ਖੁਲਾਸੇ ਕੀਤੇ ਨੇ ਲਾਰੈਂਸ ਬਿਸ਼ਨੋਈ ਨੇ। ਕਹਿੰਦੇ ਜੀ ਦੇਖੋ, ਅਸੀਂ ਨਹੀਂ ਧਮਕੀਆਂ ਦਿੰਦੇ, ਸਾਨੂੰ ਤਾਂ ਬਿਜ਼ਨਸਮੈਨ, ਸਾਨੂੰ ਸਿਆਸਤਦਾਨ, ਪੋਲੀਟੀਸ਼ੀਅਨਸ ਉਹ ਤਾਂ ਅਪਰੋਚ ਕਰਦੇ ਨੇ ਤੇ ਸਾਨੂੰ ਕਹਿੰਦੇ ਨੇ ਕਿ ਸਾਨੂੰ ਧਮਕੀਆਂ ਦਿਓ ਫੋਨਾਂ ਤੇ, ਸਾਨੂੰ ਚਿੱਠੀਆਂ ਲਿਖੋ ਜਾਂ ਸਾਨੂੰ ਸੋਸ਼ਲ ਮੀਡੀਆ ਤੇ ਧਮਕੀਆਂ ਦਿਓ ਤਾਂ ਕਿ ਅਸੀਂ ਉਹਨਾਂ ਨੂੰ ਵਿਖਾ ਕੇ ਪੁਲਿਸ ਤੋਂ ਸਿਕਿਉਰਿਟੀ ਲੈ ਸਕੀਏ। ਹੁਣ ਤੁਸੀਂ ਜੈਸਮੀਨ ਜੀ ਦੱਸੋ, ਇਹ ਆਪਣੇ ਆਪ ਦੇ ਵਿੱਚ ਕਿੰਨਾ ਹੈਰਾਨੀਜਨਕ ਖੁਲਾਸਾ। ਔਰ ਲਾਰੈਂਸ ਬਿਸ਼ਨੋਈ ਨੇ ਇੱਥੇ ਤੱਕ ਵੀ ਕਿਹਾ, ਕਹਿੰਦੇ ਕਿ ਅਸੀਂ ਆਪਣਾ ਜਿਹੜਾ ਕ੍ਰਿਮੀਨਲ ਸਿੰਡੀਕੇਟ ਆ ਇਸ ਨੂੰ ਲਗਾਤਾਰ ਫੈਲਾਉਂਦੇ ਆ, ਅਸੀਂ ਇਹਦਾ ਵਿਸਤਾਰ ਕਰਦੇ ਆ। UP ਦੇ ਵਿੱਚ ਧਨੰਜੇ ਸਿੰਘ ਸਾਡਾ ਸਾਥ ਦਿੰਦਾ, ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਕਾਲਾ ਜਠਾੜੀ ਆ, ਇਸੇ ਤਰ੍ਹਾਂ ਰਾਜਸਥਾਨ ਦੇ ਵਿੱਚ ਰੋਹਿਤ ਗੁਦਾਰਾ ਤੇ ਦਿੱਲੀ ਦੇ ਵਿੱਚ ਰੋਹਿਤ ਮਾਵੀ ਤੇ ਇਸੇ ਤਰ੍ਹਾਂ ਹਾਸ਼ਿਮ ਬਾਬਾ। ਇਹਨਾਂ ਦੇ ਨਾਮ ਵੀ ਦੇਖੋ ਕਿੱਥੋਂ ਕਿੱਥੋਂ ਲੱਭ ਕੇ ਲਿਆਉਂਦੇ ਆ ਇਹ। ਪਰ ਇਹਦੇ ਨਾਲ ਜਿਹੜੀਆਂ ਗੱਲਾਂ ਆਉਂਦੀਆਂ ਜੈਸਮੀਨ ਜੀ ਉਹ ਬਹੁਤ ਜਿਹੜੀਆਂ ਹੈਰਾਨ ਕਰਨ ਵਾਲੀਆਂ। ਦੂਸਰੀ ਗੱਲ ਜਿਹੜੀ ਉਹ ਕਹਿੰਦੇ ਕਹਿੰਦੇ ਸਲਮਾਨ ਖਾਨ ਨੂੰ ਵੀ ਅਸੀਂ ਮਾਰਾਂਗੇ ਕਿਉਂਕਿ ਉਹਨਾਂ ਨੇ ਬਲੈਕ ਬੱਕ ਮਾਰਿਆ, ਉਹਨਾਂ ਨੇ ਕਾਲਾ ਹਿਰਨ ਮਾਰਿਆ ਜਿਹੜਾ ਕਿ ਬਿਸ਼ਨੋਈ ਕਮਿਊਨਿਟੀ ਦੇ ਵਿੱਚ ਜਿਸ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ। ਹੁਣ ਤੁਸੀਂ ਦੇਖੋ, ਲਾਰੈਂਸ ਬਿਸ਼ਨੋਈ ਤੈਅ ਕਰੂਗਾ ਜਾਂ ਇਹਨਾਂ ਦੇ ਗੈਂਗਸਟਰਸ, ਅਦਾਲਤਾਂ ਚਾਹੇ ਸਲਮਾਨ ਖਾਨ ਨੂੰ ਛੱਡ ਦੇਣ ਜਾਂ ਉਹਨਾਂ ਨੂੰ ਸਜ਼ਾ ਦੇਣ, ਉਸ ਦਾ ਉਹਦੇ ਲਈ ਕੋਈ ਮਤਲਬ ਨਹੀਂ ਹੈ। ਅਸੀਂ ਸਜ਼ਾ ਦੇਵਾਂਗੇ, ਪਰ ਹਾਂ ਜੇ ਉਹ ਮਾਫੀ ਮੰਗ ਲਏ ਸਲਮਾਨ ਖਾਨ ਸਾਡੇ ਤੋਂ, ਫਿਰ ਅਸੀਂ ਉਹਨੂੰ ਬਖਸ਼ ਦਾਂਗੇ। ਇਸ ਤਰ੍ਹਾਂ ਦੀ ਤਮਾਮ ਤਰ੍ਹਾਂ ਦੀਆਂ ਗੱਲਾਂ ਉਹਨੇ ਕੀਤੀਆਂ। ਜੀ ਜੈਸਮੀਨ ਜੀ। ਮਨਪ੍ਰੀਤ, ਨਾਲ ਦੇ ਨਾਲ ਗੋਲਡੀ ਬਰਾੜ ਦੀ ਵੀ ਜਿਹੜੀ ਇੱਕ ਨਵੀਂ ਇੰਟਰਵਿਊ ਅੱਗੇ ਆਈ ਹੈ। ਪਹਿਲਾਂ ਵੀ ਇਹ ਗੱਲ ਹੋਈ ਸੀ ਵੀ ਕਿੱਦਾਂ ਇਹ ਪੋਸੀਬਲ ਹੋ ਸਕਦਾ ਹੈ। ਪਹਿਲਾਂ ਲਾਰੈਂਸ ਬਿਸ਼ਨੋਈ ਆਲਰੇਡੀ ਜੇਲ੍ਹ 'ਚ ਨੇ, ਉੱਥੋਂ ਇੱਕ ਇੰਟਰਵਿਊ ਆਉਂਦੀ। ਹੁਣ ਗੋਲਡੀ ਬਰਾੜ ਜਿਹੜੇ ਫਰਾਰ ਨੇ ਤੇ ਕੈਨੇਡਾ ਦੀ 25 ਮੋਸਟ ਵਾਂਟਡ ਲਿਸਟ 'ਚ ਨੇ, ਉੱਥੇ ਇੰਟਰਵਿਊ ਹੋ ਜਾਂਦੀ ਹੈ ਤੇ ਖੁੱਲ੍ਹ ਕੇ ਇਹ ਲੋਕ ਬਿਆਨ ਦੇ ਦਿੰਦੇ। ਇਹ ਪੋਸੀਬਿਲਿਟੀ ਹੁੰਦੀ ਹੈ? ਇਹ ਆਪਾਂ ਮੀਡੀਆ ਦੀ ਜਿੱਦਾਂ ਆਪਾਂ ਗੱਲ ਕਰਦੇ ਹਾਂ ਵੀ ਇੰਨੀ ਫਰੀਡਮ ਹੋਣੀ ਚਾਹੀਦੀ ਹੈ, ਕੋਈ ਵੀ ਗੱਲ ਕਰ ਸਕਦਾ ਇਹਨਾਂ ਨਾਲ? ਦੇਖੋ, ਕੋਈ ਵੀ ਗੱਲ ਕਰ ਸਕਦਾ ਜੈਸਮੀਨ ਜੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਮੀਡੀਆ ਦੀ ਫਰੀਡਮ ਹੁੰਦੀ ਹੈ, ਪ੍ਰੈਸ ਦੀ ਫਰੀਡਮ ਹੁੰਦੀ ਹੈ, ਲੇਕਿਨ ਇਹ ਉਹ ਡਰੈਡਡ ਗੈਂਗਸਟਰਸ ਨੇ। ਹੁਣ ਲਾਰੈਂਸ ਬਿਸ਼ਨੋਈ ਔਰ ਗੋਲਡੀ ਬਰਾੜ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਹਾਂ, ਉਹ ਸ਼ੁਭਦੀਪ ਸਿੰਘ ਸਿੱਧੂ ਦੇ ਕਤਲ ਦੇ ਵਿੱਚ ਮੁੱਖ ਦੋਸ਼ੀ ਨੇ ਜੀ, ਤੇ ਇਹਨਾਂ ਦੇ ਖਿਲਾਫ ਹਜੇ ਵੀ ਜਾਂਚ ਚੱਲ ਰਹੀ ਹੈ। ਹੁਣ ਤੁਸੀਂ ਦੇਖੋ, ਲਾਰੈਂਸ ਬਿਸ਼ਨੋਈ ਨੇ ਇਸ ਇਨਵੈਸਟੀਗੇਸ਼ਨ ਦੇ ਦੌਰਾਨ, ਇਸ ਇੰਟਰੋਗੇਸ਼ਨ ਦੇ ਦੌਰਾਨ ਇਹ ਵੀ ਗੱਲ ਕਬੂਲੀ ਕਿ ਮੈਂ ਗੋਲਡੀ ਬਰਾੜ ਨੂੰ ਕਦੋਂ ਮਿਲਿਆ ਸੀ, ਚੰਡੀਗੜ੍ਹ ਦੇ ਕੈਂਪਸ ਤੇ ਮਿਲਿਆ ਸੀ, ਸੰਨ 2010 ਦੇ ਵਿੱਚ ਮਿਲਿਆ ਸੀ। ਉਸ ਤੋਂ ਬਾਅਦ ਇਹਦੇ ਕਿਉਂਕਿ ਪਿਤਾ ਜੀ ਪੁਲਿਸ ਦੇ ਵਿੱਚ ਸੀ, ਇਹ ਬਾਹਰ ਚਲਾ ਗਿਆ ਤੇ ਮੈਂ ਇੱਥੇ ਰਹਿ ਗਿਆ, ਅਸੀਂ ਮੁੜ ਕੇ ਆਪਣਾ ਇਹ ਜਿਹੜਾ ਸਾਰਾ ਸੀ ਕ੍ਰਿਮੀਨਲ ਜਿਹੜਾ ਸਿੰਡੀਕੇਟ ਸੀ ਉਹ ਚਲਾ ਲਿਆ। ਹੁਣ ਤੁਸੀਂ ਜਿਹੜੀ ਇੰਟਰਵਿਊ ਦੀ ਗੱਲ ਕੀਤੀ ਹੈ, ਇਹ ਇੰਨੀ ਕਿ ਇੰਪੋਰਟੈਂਟ ਆ। ਤੁਸੀਂ ਦੇਖੋ, 14 ਤਰੀਕ ਨੂੰ, 14 ਮਈ ਤੇ 17 ਮਈ ਨੂੰ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ 2 ਇੰਟਰਵਿਊਜ਼ ਹੁੰਦੀਆਂ ਨੇ ਲਾਰੈਂਸ ਬਿਸ਼ਨੋਈ ਦੀਆਂ, ਔਰ ਅੱਜ ਤੱਕ ਪੰਜਾਬ ਪੁਲਿਸ ਇਸ ਨੂੰ ਪਤਾ ਕਰਨ ਦੇ ਵਿੱਚ ਬਿਲਕੁਲ ਨਾਕਾਮਯਾਬ ਆ, ਅਸਫਲ ਆ ਕਿ ਉਹ ਇੰਟਰਵਿਊਜ਼ ਕਿੱਥੇ ਕੰਡਕਟ ਹੋਈਆਂ। ਇਹ ਕਹੀ ਜਾਂਦੇ ਦੇਖੋ ਜੀ, ਇਹਨੂੰ ਤਾਂ ਰਾਜਸਥਾਨ ਪੁਲਿਸ ਲੈ ਕੇ ਗਈ ਸੀ, ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਗਈ ਸੀ, ਇਸ ਕਰਕੇ ਉੱਥੇ ਇੰਟਰਵਿਊ ਹੋ ਗਈਆਂ। ਰਾਜਸਥਾਨ ਪੁਲਿਸ ਕਹਿ ਰਹੀ ਹੈ ਕਿ ਸਾਡੇ ਤਾਂ ਇੱਥੇ ਇੰਟਰਵਿਊ ਹੋਈ ਨਹੀਂ, ਔਰ ਇਸ ਤੋਂ ਬਾਅਦ ਇੱਕ ਜਾਂਚ ਦਾ ਆਰਡਰ ਕੀਤਾ ਗਿਆ ਸੀ, ਅੱਜ ਤੱਕ ਉਹਦਾ ਪਤਾ ਨਹੀਂ ਲੱਗਾ, ਤੇ ਹੁਣ ਉੱਥੇ ਗੋਲਡੀ ਬਰਾੜ ਵੀ ਇੰਟਰਵਿਊ ਦੇ ਜਾਂਦਾ ਜੀ। ਸੋ ਕਹਿਣ ਦਾ ਭਾਵ ਆ ਕਿ ਇਹਨਾਂ ਲੋਕਾਂ ਨੂੰ ਕਿਸ ਤਰ੍ਹਾਂ ਡੀਲ ਕਰਨਾ, ਰੱਖਣਾ, ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਬੇਵਕੂਫ ਬਣਾਇਆ ਜਾ ਰਿਹਾ ਹੁੰਦਾ, ਕਿਸੇ ਹੋਰ ਹੀ ਪੱਧਰ ਤੇ ਚੱਲ ਰਹੀ ਆ। ਪਰ ਇਹ ਕ੍ਰਿਮੀਨਲਸ ਨੂੰ ਕ੍ਰਿਮੀਨਲਸ ਵਾਂਗ ਨਹੀਂ ਰੱਖਿਆ ਜਾ ਰਿਹਾ। ਇਹਨਾਂ ਨੂੰ ਖੁੱਲ੍ਹ ਜਿੱਥੇ ਮਰਜ਼ੀ ਆਪਣੀ ਗੱਲ ਕਹਿ ਦੇਣ ਤੇ ਜਿਸ ਤਰ੍ਹਾਂ ਮਰਜ਼ੀ ਆਪਣੀ ਜਿਹੜੀ ਹੈ ਇਹ ਪ੍ਰੋਪੇਗੈਂਡਾ ਕਰ ਲੈਣ। ਜੀ ਜੈਸਮੀਨ ਜੀ।
ਜੀ ਮਨਪ੍ਰੀਤ, ਸਿਆਸਤ ਦਾ ਐਸਜੀਪੀਸੀ ਵੱਲੋਂ ਵੀ ਹੁਣ ਚੱਲ ਰਹੀ ਹੈ। ਇਹ ਸਿਆਸਤ ਦਾ ਵੱਡਾ ਖੇਡ ਹੁਣ ਇਸ ਵੇਲੇ ਸ਼ੁਰੂ ਹੋ ਗਿਆ। ਉਹਨਾਂ ਦੀ ਇੱਕ ਡੈਲੀਗੇਸ਼ਨ ਹੈ ਜਿਨੇ ਇਹ ਹੁਣ ਡਿਸਾਈਡ ਕੀਤਾ ਵੀ ਅਸੀਂ ਹੁਣ ਜਾ ਕੇ ਅਮਿਤ ਸ਼ਾਹ ਨੂੰ ਮਿਲਦੇ ਹਾਂ। ਹੋ ਸਕਦਾ ਅਮਿਤ ਸ਼ਾਹ ਕੋਲ ਸਾਡੀ ਜਿਹੜੇ ਮਸਲਾ ਹੈ ਉਹਦਾ ਹੱਲ ਹੋਵੇ। ਦੇਖੋ ਜੈਸਮੀਨ, ਵਾਕਈ ਬਹੁਤ ਇੰਪੋਰਟੈਂਟ ਮਸਲਾ, ਔਰ ਇਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਇੱਕ ਇਜਲਾਸ ਬੁਲਾਇਆ ਸੀ ਬੀਤੇ ਸੋਮਵਾਰ ਨੂੰ, ਜੀ ਔਰ ਉਹਦੇ ਵਿੱਚ ਇਹ ਮਤਾ ਪਾਸ ਕੀਤਾ ਸੀ। ਇੱਕ ਤਾਂ ਉਹਨਾਂ ਨੇ ਇਹ ਰੱਦ ਕਰਤਾ ਸੀ ਕਿ ਜਿਹੜਾ ਬਿੱਲ ਗੁਰਦੁਆਰਾ ਸੋਧ ਲੈ ਕੇ ਆਂਦੀ ਆ ਪੰਜਾਬ ਅਸੈਂਬਲੀ ਦੇ ਵਿੱਚ, ਇਸ ਨੂੰ ਅਸੀਂ ਰੱਦ ਕਰਦੇ ਹਾਂ। ਦੂਸਰਾ ਉਹਨਾਂ ਨੇ ਕਿਹਾ ਸੀ ਕਿ ਅਸੀਂ ਮੋਰਚੇ ਲਾਵਾਂਗੇ ਕਿ ਜਿਹੜਾ ਇਹ ਸੋਧ ਬਿੱਲ ਆਇਆ ਗੁਰਦੁਆਰਾ ਦੇ ਵਿੱਚ। ਹੁਣ ਇਹ ਸੋਧ ਬਿੱਲ ਕੀ ਆ, ਹੋ ਸਕਦਾ ਬਹੁਤ ਸਾਰੇ ਸਾਡੇ ਜਿਹੜੇ ਦਰਸ਼ਕ ਨੇ ਜਾਂ ਸਰੋਤੇ ਉਹ ਪਹਿਲੀ ਵਾਰੀ ਸੁਣ ਰਹੇ ਹੋਣ, ਉਹਨਾਂ ਨੂੰ ਮੈਂ ਜ਼ਰੂਰ ਦੱਸਦਾ ਕਿ ਦਰਅਸਲ ਸਰਕਾਰ ਦੀ ਮਨਸ਼ਾ ਕਿ ਜਿਹੜਾ ਗੁਰਬਾਣੀ ਦਾ ਦਰਬਾਰ ਸਾਹਿਬ ਤੋਂ ਪ੍ਰਸਾਰਣ ਹੁੰਦਾ ਉਹ ਇੱਕ ਨਿੱਜੀ ਚੈਨਲ ਜਿਵੇਂ ਕਿ ਪੀਟੀਸੀ ਆ ਉਸ ਕੋਲੇ ਕਿਉਂ ਰਵੇ, ਸਾਰੇ ਹੀ ਚੈਨਲਸ ਇਸ ਦਾ ਪ੍ਰਸਾਰਣ ਕਰ ਸਕਣ। ਔਰ ਦੂਸਰਾ, ਇਸ ਦਾ ਜਿਹੜਾ ਇਕਰਾਰਨਾਮਾ ਉਹ 14 ਜੁਲਾਈ ਨੂੰ ਖਤਮ ਹੋ ਰਿਹਾ। ਦਬਾਅ ਸੀ ਪਿਛਲੇ ਕਾਫੀ ਸਮੇਂ ਤੋਂ, ਈਵਨ ਕਿ ਜਿਹੜੇ ਸਾਬਕਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਜੈਸਮੀਨ, ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਐਸਜੀਪੀਸੀ ਨੂੰ ਆਪਣਾ ਚੈਨਲ ਖੋਲ੍ਹਣਾ ਚਾਹੀਦਾ। ਜਿਨ੍ਹਾਂ ਦਿਨਾਂ ਦੇ ਵਿੱਚ ਪੀਟੀਸੀ ਵਿਵਾਦਾਂ 'ਚ ਆ ਗਿਆ ਸੀ, ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਰਡਰਸ ਦੇ ਵਾਰੰਟ ਆਫੀਸਰ ਨੇ ਪੀਟੀਸੀ ਦੇ ਦਫ਼ਤਰ ਦੇ ਵਿੱਚੋਂ ਲੜਕੀਆਂ ਰਿਕਵਰ ਕੀਤੀਆਂ ਸੀ, ਉਸ ਤੋਂ ਬਾਅਦ ਵੀ ਸਾਰਾ ਇਹਨਾਂ ਦਾ ਨਾਮ ਬਦਨਾਮ ਹੋਇਆ ਸੀ। ਉਦੋਂ ਕਿਹਾ ਗਿਆ ਸੀ ਕਿ ਇਹਨਾਂ ਨੂੰ ਯੂਟਿਊਬ ਚੈਨਲ ਖੋਲ੍ਹਣਾ ਚਾਹੀਦਾ, ਪਰ ਇਹਨਾਂ ਨੇ ਖੋਲ੍ਹਿਆ ਨਹੀਂ, ਕਿਉਂਕਿ ਕਿਤੇ ਨਾ ਕਿਤੇ ਇਸ ਤਰ੍ਹਾਂ ਲੱਗ ਰਿਹਾ ਕਿ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਇੱਕ ਤਰ੍ਹਾਂ ਦਾ ਇਹ ਗ੍ਰਿਫਤ 'ਚ ਆ ਐਸਜੀਪੀਸੀ, ਔਰ ਜਿਸ ਤਰ੍ਹਾਂ ਬਾਦਲ ਪਰਿਵਾਰ ਦਾ ਇਨਫਲੂਐਂਸ ਆ। ਸੋ ਇਹ ਸਾਰੀਆਂ ਗੱਲਾਂ ਕਰਕੇ ਇਹ ਜਿਹੜੇ ਚੈਨਲ ਆ ਜਾਂ ਐਸਜੀਪੀਸੀ ਆ ਆਪਣਾ ਇੰਡੀਪੈਂਡੈਂਟ ਚੈਨਲ ਨਹੀਂ ਖੋਲ ਰਹੀ। ਪਰ ਹੁਣ ਪਤਾ ਇਹ ਵੀ ਲੱਗਾ ਕਿ ਇਹਨਾਂ ਨੂੰ ਤਜਵੀਜ਼ ਆਈ ਆ ਕਿ ਤੁਸੀਂ ਫਟਾਫਟ ਆਪਣਾ ਚੈਨਲ ਖੋਲੋ, ਨਹੀਂ ਤਾਂ ਜਿਹੜੀ ਸਰਕਾਰ ਆ ਉਹ ਇਹ ਸਾਰਾ ਪ੍ਰਸਾਰਣ ਬਾਕੀ ਡਿਜੀਟਲ ਮੀਡੀਆ ਨੂੰ ਜਾਂ ਹੋਰ ਮੀਡੀਆ ਨੂੰ ਵੀ ਦੇ ਦੇਗੀ ਤਾਂ ਕਿ ਉਹ ਵੀ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰ ਸਕਣ। ਜੀ ਜੈਸਮੀਨ ਜੀ। ਮਨਪ੍ਰੀਤ, ਵੈਸੇ ਇਹ ਸਵਾਲ ਇਹ ਹੈ ਵੀ ਤੁਹਾਡੀ ਗੱਲਬਾਤ ਲੋਕਾਂ ਨਾਲ ਹੁੰਦੀ ਰਹਿੰਦੀ ਹੈ, ਤੁਸੀਂ ਸਿਆਸਤਦਾਨਾਂ ਨਾਲ ਵੀ ਗੱਲਬਾਤ ਕਰਦੇ ਰਹਿੰਦੇ ਹੋ, ਤੇ ਜਿਹੜੇ ਡਿਵੋਟੀਜ਼ ਨੇ ਉਹ ਇਸ ਵੇਲੇ ਕੀ ਮਹਿਸੂਸ ਤੁਹਾਨੂੰ ਲੱਗਦਾ, ਜੇ ਤੁਹਾਡੀ ਕੋਈ ਗੱਲਬਾਤ ਹੋਈ ਹੋਵੇ, ਕੀ ਫੀਲ ਕਰਦੇ ਹੋਣਗੇ ਵੀ ਅਸੀਂ ਗੁਰਬਾਣੀ ਜਿਹੜਾ ਆ ਗੁਰਬਾਣੀ ਸੁਣਦੇ ਆਏ ਆ ਇੰਨੇ ਟਾਈਮ ਤੋਂ, ਹੁਣ ਇਹਦੇ ਉੱਤੇ ਵੀ ਪੋਲਿਟਿਕਸ ਸ਼ੁਰੂ ਹੋ ਗਈ? ਦੇਖੋ, ਇਸ ਗੱਲ ਨੂੰ ਮੰਨਣਾ ਪਏਗਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਹੀ ਹੈ ਲਗਾਤਾਰ 10 ਸਾਲ, ਸੰਨ 2012 ਤੋਂ ਲੈ ਕੇ ਤੇ ਸੰਨ 2017 ਤੱਕ। ਲੇਕਿਨ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚਾਹੁੰਦੇ ਤੇ ਲਗਭਗ ਪ੍ਰੋਕਸੀ ਇੱਕ ਤਰ੍ਹਾਂ ਦੇ ਇਹਨਾਂ ਦੀ ਚੱਲਦੀ ਸੀ, ਕਿਉਂਕਿ ਕਾਫੀ ਕਲੋਜ਼ ਸ਼੍ਰੋਮਣੀ ਅਕਾਲੀ ਦਲ ਕੈਪਟਨ ਅਮਰਿੰਦਰ ਸਿੰਘ ਦੇ ਵੀ ਆ ਗਿਆ ਸੀ। 1997 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਰਹੀ ਹੈ। ਜਦੋਂ ਇੰਨਾ ਲੰਮਾ ਸਮਾਂ ਕੋਈ ਸਰਕਾਰ ਰਹਿੰਦੀ ਹੈ ਤੇ ਫਿਰ ਉਹਨਾਂ ਦੇ ਇੰਟਰਸਟ ਵੀ ਬਣ ਜਾਂਦੇ ਨੇ। ਦੇਖੋ, ਲੋਕਾਂ ਨੂੰ ਇਸ ਗੱਲ ਦਾ ਮਲਾਲ ਤਾਂ ਸੀ ਕਿ ਕੇਵਲ ਇੱਕ ਚੈਨਲ ਹੀ ਗੁਰਬਾਣੀ ਦਾ ਪ੍ਰਸਾਰਣ ਕਿਉਂ ਕਰੇ, ਇਹਦੀ ਕਮਰਸ਼ਲਾਈਜੇਸ਼ਨ ਕਿਉਂ ਹੋਵੇ, ਇਹਦਾ ਵਪਾਰੀਕਰਨ ਕਿਉਂ ਹੋਵੇ। ਲੇਕਿਨ ਕਿਉਂਕਿ ਸਰਕਾਰਾਂ ਜਿਹੜੀਆਂ ਸੱਤਾ ਦੇ ਵਿੱਚ ਹੁੰਦੀਆਂ ਸੀ ਉਹ ਕਦੇ ਵੀ ਇਸ ਉੱਤੇ ਗੌਰ ਨਹੀਂ ਸੀ ਕਰਦੇ। ਜਦੋਂ ਖੁਦ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਤੇ ਇਹਨਾਂ ਨੇ ਕਿਹਦੇ ਖਿਲਾਫ ਐਕਸ਼ਨ ਲੈਣਾ? ਇਹਨਾਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਆਪਣਾ ਕੇਬਲ ਨੈਟਵਰਕ ਵੀ ਵਗੈਰਾ ਵੀ ਸੀ, ਸਾਰਾ ਕੁਝ ਇੱਥੇ ਸੀ। ਹੁਣ ਇਸ ਸਰਕਾਰ ਨੇ, ਹਾਲਾਂਕਿ ਇਹ ਕਹਿ ਰਹੇ ਨੇ ਕਿ ਸਾਡੇ ਸਿੱਖ ਮਾਮਲਿਆਂ ਦੇ ਵਿੱਚ ਜਾਂ ਸਿੱਖ ਧਰਮ ਦੇ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਆ, ਪਰ ਜੇ ਸਿਰਫ ਤੇ ਸਿਰਫ ਗੁਰਬਾਣੀ, ਕਿਉਂਕਿ ਦਖਲ ਅੰਦਾਜ਼ੀ ਜੈਸਮੀਨ ਆਪਾਂ ਉਹਨੂੰ ਮੰਨਾਂਗੇ ਜੇ ਤੁਸੀਂ ਕੋਈ ਬੇਸਿਕ ਸਟਰਕਚਰ ਚੇਂਜ ਕਰ ਦੋ, ਤੁਸੀਂ ਐਸਜੀਪੀਸੀ ਦੇ ਵੋਟਾਂ ਪਾਉਣ ਦਾ ਸਟਰਕਚਰ ਚੇਂਜ ਕਰ ਦੋ। ਹੁਣ ਤੁਸੀਂ ਦੇਖੋ, ਐਸਜੀਪੀਸੀ ਦੀਆਂ ਚੋਣਾਂ ਹੋਈਆਂ ਨੂੰ 12 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ। ਕਦੇ ਐਸਜੀਪੀਸੀ ਨੇ ਸੋਚਿਆ ਕਿ ਅਸੀਂ ਇਸ ਦੇ ਖਿਲਾਫ ਮੋਰਚੇ ਲਾਈਏ? ਸੋ ਬਹੁਤ ਸਾਰੇ ਮੁੱਦੇ ਨੇ, ਉਹਨਾਂ ਨੂੰ ਇਹ ਮੁੱਦਾ ਕਿਉਂਕਿ ਬਾਦਲ ਪਰਿਵਾਰ ਦੇ ਬਹੁਤ ਨਜ਼ਦੀਕ ਮੁੱਦਾ, ਇਸ ਕਰਕੇ ਉਹ ਖੜੇ ਹੋ ਗਏ ਨੇ। ਜੀ ਜੈਸਮੀਨ ਜੀ। ਮਨਪ੍ਰੀਤ, ਇੱਕ ਹੋਰ ਬੜਾ ਇੰਟਰਸਟਿੰਗ ਮੁੱਦਾ ਹੁਣ ਚੱਲ ਰਿਹਾ ਹੈ ਵੀ ਸੀਐਮ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਬੜੇ ਕਾਮਨ ਮੈਨ ਦੇ ਤੌਰ ਤੇ ਉਹਨਾਂ ਦੀ ਜਿਹੜੀ ਇਮੇਜ ਹੈਗੀ ਹੈ ਕਿ ਮਫਲਰ ਪਾ ਕੇ ਬੜੇ ਸਿੱਧੇ ਸਾਦੇ ਜਿਹੜੇ ਨੇ ਉਹ ਇਨਸਾਨ ਨੇ। ਹੁਣ ਆ ਗੱਲ ਇਹ ਆ ਰਹੀ ਹੈ ਵੀ ਆਪਣੇ ਘਰ ਤੇ ਆਪਣੇ ਆਫੀਸ਼ੀਅਲ ਬੰਗਲੋ ਤੇ ਉਹਨਾਂ ਨੇ ਰੈਨੋਵੇਸ਼ਨ ਕੀਤੀ ਤੇ ਰੈਨੋਵੇਸ਼ਨ ਤੇ ਉਹਨਾਂ ਨੇ ਲਾਏ ਨੇ 52 ਕਰੋੜ। ਮਤਲਬ ਮੈਨੂੰ ਲੱਗਦਾ ਜ਼ੀਰੋ ਵੀ ਐਡ ਨਹੀਂ ਕਰਨੀ ਆਉਂਦੀ ਹੈ ਇਹਦੇ ਉੱਤੇ। ਤੇ ਇਹ ਹੁਣ ਅੰਦਰ ਇਹਨਾਂ ਦੇ ਜਿਹੜੇ ਆ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਹੈ, ਇਹ ਕਿੱਥੇ ਤੱਕ ਪਹੁੰਚੀ ਹੈ, ਕੌਣ ਕਰ ਰਿਹਾ, ਇਹਦੇ ਬਾਰੇ ਸਾਨੂੰ ਦੱਸਿਓ। ਦੇਖੋ, ਭਾਰਤ ਦੇ ਕੰਟਰੋਲਰ ਆਡੀਟਰ ਜਨਰਲ ਆਫ ਇੰਡੀਆ ਜਿਹੜੇ ਨੇ ਉਹ ਇਸ ਦੀ ਜਾਂਚ ਕਰਨਗੇ। ਇਹਨਾਂ ਤੇ ਬਹੁਤ ਦੇਰ ਤੋਂ ਮੀਡੀਆ ਦੇ ਵਿੱਚ ਰਿਪੋਰਟਸ ਆਈਆਂ ਸੀ। ਉਸ ਤੋਂ ਬਾਅਦ ਦਿੱਲੀ ਦੇ ਚੀਫ ਸੈਕਟਰੀ ਨੇ ਨਰੇਸ਼ ਕੁਮਾਰ, ਉਹਨਾਂ ਨੇ 2 ਰਿਪੋਰਟਸ ਪੇਸ਼ ਕੀਤੀਆਂ। ਇੱਕ ਉਹਨਾਂ ਨੇ 27 ਅਪ੍ਰੈਲ ਨੂੰ ਦਿੱਤੀ ਸੀ, ਇੱਕ 12 ਮਈ ਨੂੰ ਦਿੱਤੀ ਸੀ। ਇਹਨਾਂ ਦੋਨਾਂ ਰਿਪੋਰਟ ਤੋਂ ਬਾਅਦ ਜਿਹੜੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ ਵਿਨय ਕੁਮਾਰ ਸਕਸੇਨਾ, ਉਹਨਾਂ ਨੇ ਇਸ ਦੀ ਜਾਂਚ ਦੇ ਆਰਡਰ ਦਿੱਤੇ ਸੀ ਤੇ ਹੁਣ ਕੰਟਰੋਲਰ ਆਡੀਟਰ ਆਫ ਜਨਰਲ ਉਹ ਇਸ ਦੀ ਜਾਂਚ ਕਰਨਗੇ, ਉਹ ਇਸ ਦਾ ਆਡਿਟ ਕਰਨਗੇ। ਹੁਣ ਮਸਲਾ ਕੀ ਹੈ?
ਮਸਲਾ ਸਮਝਣ ਦੀ ਇਹ ਲੋੜ ਆ ਕਿ ਇਹ ਜਿਹੜਾ ਘਰ ਸੀ 1942 ਦਾ ਬਣਿਆ ਸੀ, ਬਹੁਤ ਪੁਰਾਣਾ ਸੀ। ਅਰਵਿੰਦ ਕੇਜਰੀਵਾਲ ਕਹਿੰਦੇ ਕਿ ਇਸ ਨੂੰ ਰਿਪੇਅਰ ਦੀ ਲੋੜ ਆ ਕਿਉਂਕਿ ਇਹਦੀਆਂ ਛੱਤਾਂ ਖਰਾਬ ਹੋ ਗਈਆਂ, ਬਿਲਕੁਲ ਰਿਪੇਅਰ ਕਰਾਓ। ਕਿਸੇ ਵੀ ਮੁੱਖ ਮੰਤਰੀ ਨੂੰ ਇੱਕ ਮਹਿਫੂਜ਼ ਘਰ ਦੇ ਵਿੱਚ ਰਹਿਣਾ ਚਾਹੀਦਾ, ਕਿਸੇ ਦੀ ਦੋ ਰਾਵਾਂ ਨਹੀਂ। ਪਰ ਇਸ ਜ਼ਰੀਏ ਜਿਸ ਤਰ੍ਹਾਂ ਦਾ ਹੁਣ ਤੁਸੀਂ ਸੁਣੋਗੇ 52 ਕਰੋੜ 71 ਲੱਖ 24,570 ਰੁਪਏ ਲਾਤੇ ਨਾ, ਜਦਕਿ ਇਹਦਾ ਓਰੀਜਨਲ ਐਸਟੀਮੇਟ ਕੇਵਲ 15 ਤੋਂ 20 ਕਰੋੜ ਦਾ ਸੀ। 3 ਗੁਣਾ ਜ਼ਿਆਦਾ ਪੈਸੇ ਲਾਤੇ। ਔਰ ਜੈਸਮੀਨ ਜੀ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ, 88 ਲੱਖ ਰੁਪਇਆ ਕੇਵਲ ਅਰਵਿੰਦ ਕੇਜਰੀਵਾਲ ਨੇ ਇਸ ਘਰ ਤੇ ਇਸ ਕਰਕੇ ਲੱਗਦਾ ਤਾਂ ਕਿ ਵੱਖਰੇ ਵੱਖਰੇ ਕਮਰਿਆਂ ਦੇ ਵਿੱਚ ਮੂਡ ਲਾਈਟਿੰਗ ਹੋਵੇ, ਜਿਸ ਤਰ੍ਹਾਂ ਦਾ ਮੂਡ ਆ ਉਸ ਤਰ੍ਹਾਂ ਲਾਈਟ ਜਲੇ। ਹੁਣ ਅੱਗੇ ਆ ਜਾਓ, 11 ਕਰੋੜ ਤੇ 30 ਲੱਖ ਰੁਪਇਆ ਇਹਨਾਂ ਨੇ ਇੰਟੀਰੀਅਰ ਡੈਕੋਰੇਸ਼ਨ ਤੇ ਲਾਤਾ। 6 ਕਰੋੜ ਤੋਂ ਵੱਧ ਰੁਪਇਆ ਇਹਨਾਂ ਨੇ ਮਾਰਬਲ ਲੈ ਕੇ ਆਂਦਾ ਵੀਅਤਨਾਮ ਤੋਂ, ਉੱਥੇ ਲਾਤਾ। ਇਸੇ ਤਰ੍ਹਾਂ ਅੱਗੇ ਆ ਜਾਓ, ਪਰਦੇ ਇਹਨਾਂ ਨੇ ਕਰੋੜਾਂ ਰੁਪਇਆ ਦੇ ਬਣਾ ਲਏ। ਹੁਣ ਤੁਸੀਂ ਦੱਸੋ ਕਿਹੜੇ ਕਰੋੜਾਂ ਰੁਪਇਆ ਦੇ ਪਰਦੇ ਆਉਂਦੇ ਨੇ। ਇਸ ਤੋਂ ਬਾਅਦ ਜਿਹੜੇ ਇਲੈਕਟ੍ਰੀਕਲ ਅਪਲਾਈਐਂਸਿਸ ਹੁੰਦੇ ਨੇ ਸਾਡੇ ਰਸੋਈਆਂ ਦੇ, ਜਿਹਦੇ ਵਿੱਚ ਅਲੱਗ-ਅਲੱਗ ਬਰਤਨ ਲਾ ਲਓ, ਹੋਰ ਚੀਜ਼ਾਂ ਲਾ ਲਓ, ਉੱਥੇ ਵੀ 3 ਕਰੋੜ ਰੁਪਇਆ ਲਾਤਾ। ਸੋ ਇਸ ਤਰ੍ਹਾਂ। ਔਰ ਸਵਿਮਿੰਗ ਪੂਲ, ਦੱਸੋ ਸਵਿਮਿੰਗ ਪੂਲ ਕਿਹੜੀ ਰੈਨੋਵੇਸ਼ਨ ਦਾ ਹਿੱਸਾ। ਇਸ ਕਰਕੇ ਅਰਵਿੰਦ ਕੇਜਰੀਵਾਲ ਤੇ ਇਹ ਸਵਾਲ ਖੜੇ ਕੀਤੇ ਆ। ਔਰ ਜੈਸਮੀਨ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਸੀ ਕਿ ਉਹ ਵਿਅਕਤੀ ਜਿਹੜਾ ਇੱਕ ਮਫਲਰ ਪਾ ਕੇ ਆਇਆ ਸੀ, ਜਿਹੜਾ ਕਹਿੰਦਾ ਸੀ ਮੇਰੇ ਘਰੋਂ ਤਾਂ 3 ਮਫਲਰ ਮਿਲਣਗੇ, ਈਵਨ ਕਿ ਜਿਹੜੇ ਇਹਨਾਂ ਦੇ ਡੋਰਸ ਨੇ ਅੰਦਰ, ਉਹ ਵੀ ਸਲਾਈਡਿੰਗ ਡੋਰਸ ਨੇ ਜਿਹੜੇ ਕਿ ਸੈਂਸਰਸ ਨਾਲ ਚੱਲਦੇ ਹੁੰਦੇ ਆ। ਜਦੋਂ ਤੁਸੀਂ ਇਸ ਤਰ੍ਹਾਂ ਦਾ ਆਲੀਸ਼ਾਨ, ਔਰ ਆਪੋਜੀਸ਼ਨ ਪਾਰਟੀਆਂ ਕੀ ਕਹਿ ਰਹੀਆਂ ਨੇ, ਕਹਿੰਦੇ ਇਹਨਾਂ ਨੇ ਸ਼ੀਸ਼ ਮਹਿਲ ਬਣਾ ਲਿਆ। ਸੋ ਅੱਛਾ, ਫਿਰ ਦੂਸਰੀ ਗੱਲ, ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਇਹਨਾਂ ਤੋਂ ਸਵਾਲ ਪੁੱਛੇ ਜਾਂਦੇ ਨੇ ਤੇ ਸਵਾਲਾਂ ਦਾ ਇਹ ਸਹੀ ਜਵਾਬ ਨਹੀਂ ਦਿੰਦੇ। ਕਰਪਸ਼ਨ ਦੇ ਇਹ ਕਹਿੰਦੇ ਨੇ, ਦੇਖੋ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਡਾ ਵੱਡਾ ਘਰ ਬਣਾ ਲਿਆ। ਸਵਾਲ ਤਾਂ ਲੋਕੀ ਤੁਹਾਡੇ ਤੋਂ ਪੁੱਛ ਰਹੇ ਆ, ਉਹਨਾਂ ਨੇ ਕੀ ਬਣਾਇਆ ਲੋਕੀ ਉਹਨਾਂ ਤੋਂ ਪੁੱਛ ਲੈਣਗੇ। ਤੁਸੀਂ ਆਪਣਾ ਤਾਂ ਜਵਾਬ ਦਿਓ ਨਾ। ਜਿਹੜੇ ਰਾਜਨੀਤੀ ਨੂੰ ਸਾਫ਼ ਕਰਨ ਆਏ ਸੀ, ਵਧੀਆ ਕਰਨ ਆਏ ਸੀ, ਤੁਹਾਨੂੰ ਕੀ ਹੋ ਗਿਆ ਜੀ ਜੈਸਮੀਨ ਜੀ। ਮਨਪ੍ਰੀਤ ਜੀ, ਇਸ ਵੇਲੇ ਬੀਜੇਪੀ ਐਮਪੀ ਬ੍ਰਿਜ ਭੂਸ਼ਣ ਸ਼ਰਨ ਸਿੰਘ, ਇਹਨਾਂ ਦੇ ਬਾਰੇ ਕੀ ਡਿਸਾਈਡ ਹੋਇਆ। ਐਡੀਸ਼ਨਲ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਦਿੱਲੀ ਇਹਨਾਂ ਨੇ ਡਿਸਾਈਡ ਕਰਨਾ ਸੀ, ਜਿਹੜੀ ਚਾਰਜ ਸ਼ੀਟ ਫਾਈਲ ਕੀਤੀ ਗਈ ਸੀ ਉਹਨਾਂ ਤੇ ਕੀ ਡਿਸੀਜਨ ਆਇਆ ਕਿ ਹਜੇ ਵੀ ਸਿਰਫ ਗੱਲਬਾਤ ਹੀ ਹੋ ਰਹੀ ਹੈ। ਦੇਖੋ ਜੈਸਮੀਨ ਜੀ, 15 ਜੂਨ ਨੂੰ, ਬੀਤੇ 15 ਜੂਨ ਨੂੰ ਚਾਰਜ ਸ਼ੀਟ ਦਿੱਲੀ ਪੁਲਿਸ ਵੱਲੋਂ ਫਾਈਲ ਕਰ ਦਿੱਤੀ ਗਈ ਸੀ। ਲਗਭਗ 1500 ਪੰਨਿਆਂ ਦੀ ਇਹ ਚਾਰਜ ਸ਼ੀਟ ਸੀ ਜੀ। ਉਸ ਤੋਂ ਬਾਅਦ ਐਪਲੀਕੇਸ਼ਨ ਫਾਈਲ ਕੀਤੀ ਜਾਂਦੀ ਹੈ ਇਸੇ ਐਡੀਸ਼ਨਲ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ। ਹਰਜੀਤ ਸਿੰਘ ਜਸਪਾਲ ਇਹਨਾਂ ਦਾ ਨਾਮ ਆ। ਉਹ ਐਪਲੀਕੇਸ਼ਨ ਇਸ ਕਰਕੇ ਦਾਇਰ ਕੀਤੀ ਜਾਂਦੀ ਹੈ ਤਾਂ ਕਿ ਮੋਨੀਟਰ ਕਰ ਸਕਣ ਕਿ ਕੀ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਹੈ ਉਹ ਕਿਹੜੇ ਪਾਸੇ ਜਾ ਰਹੀ ਹੈ ਜੀ। ਪਰ ਉਹ ਅਦਾਲਤ ਨੇ ਇਸ ਕਰਕੇ ਕਿਹਾ ਕਿ ਤੁਸੀਂ ਇਹਨੂੰ ਵਿਡਰਾਅ ਕਰ ਲਓ ਜਾਂ ਖਾਰਿਜ ਕਰਤੀ ਕਿ ਕੋਈ ਗੱਲ ਨਹੀਂ, ਹਜੇ ਮੈਨੂੰ ਚਾਰਜ ਸ਼ੀਟ ਪਹਿਲਾਂ ਪੜ੍ਹ ਲੈਣ ਦਿਓ। ਹੁਣ ਇਹ ਅਗਲੀ ਜਿਹੜੀ ਤਰੀਕ ਪਈ ਆ ਉਹ 1 ਜੁਲਾਈ ਪਈ ਆ। ਪਹਿਲੀ ਗੱਲ ਤਾਂ ਇਹ ਹੈ। ਦੂਸਰੀ ਗੱਲ, ਆਪਾਂ ਨੂੰ ਪਤਾ ਕਿ ਜਿਹੜੀਆਂ ਕੁੜੀਆਂ ਇਨਸਾਫ ਲਈ ਬੈਠੀਆਂ ਸੀ, ਵਿਮਨ ਰੈਸਲਰਸ ਬੈਠੀਆਂ ਸੀ, ਕਿਸ ਤਰ੍ਹਾਂ ਚਾਹੇ ਉਹ ਭਾਰਤ ਦੀ ਸਰਕਾਰ ਹੋਵੇ, ਚਾਹੇ ਉਹ ਦਿੱਲੀ ਪੁਲਿਸ ਹੋਵੇ, ਕਿਸ ਤਰ੍ਹਾਂ ਜਾਂਚ ਏਜੰਸੀਆਂ ਨੇ ਇਹਨਾਂ ਲੜਕੀਆਂ ਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ। ਈਵਨ ਕਿ ਮੰਤਰੀ ਅਨੁਰਾਗ ਠਾਕੁਰ ਦਾ ਵੀ ਤੁਸੀਂ ਵਿਵਹਾਰ ਦੇਖੋ, ਬ੍ਰਿਜ ਭੂਸ਼ਣ ਸ਼ਰਨ ਸਿੰਘ ਤਾਂ ਹੈ ਹੀ ਆ, ਇਹਦੇ ਵਿੱਚ ਤਾਂ ਕੋਈ ਦੋ ਰੋਵਾ ਨਹੀਂ। ਉਹ ਤਾਂ ਲਗਾਤਾਰ ਬਲਕਿ ਸੀਨਾ ਤਾਣ ਕੇ ਕਹਿੰਦਾ ਕਿ ਮੇਰੇ ਤੇ ਕੁਝ ਕਾਰਵਾਈ ਹੋ ਨਹੀਂ ਸਕਦੀ। ਸੋ ਚਾਰਜ ਸ਼ੀਟ ਫਾਈਲ ਕਰ ਦਿੱਤੀ ਗਈ ਹੈ। ਪਰ ਤੁਸੀਂ ਨਾਲ ਇੱਕ ਚੀਜ਼ ਹੋਰ ਦੇਖੋ, 7 ਕੁੜੀਆਂ ਨੇ ਕੰਪਲੇਂਟ ਕੀਤੀ ਸੀ। ਇੱਕ ਨਾਬਾਲਿਗ ਕੁੜੀ ਆ, ਉਸ ਦੇ ਪਿਤਾ ਨੇ ਤਾਂ ਅੰਡਰ ਪ੍ਰੈਸ਼ਰ ਉਹ ਕੰਪਲੇਂਟ ਵਾਪਸ ਹੀ ਲੈ ਲਈ। ਹੁਣ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚਾਰਜ ਸ਼ੀਟ ਦੇ ਵਿੱਚ ਕੀ ਫਾਈਲ ਕੀਤਾ ਗਿਆ, ਕੀ ਐਲੀਗੇਸ਼ਨਸ ਲੱਗੀਆਂ ਨੇ, ਕੀ ਮਾਮਲਾ ਬਹੁਤ ਡਾਇਲਿਊਟ ਕਰ ਦਿੱਤਾ ਗਿਆ। ਕਿਉਂਕਿ ਕਿਤੇ ਅੱਜ ਤੱਕ ਨਾ ਤਾਂ ਪ੍ਰਧਾਨ ਮੰਤਰੀ, ਨਾ ਭਾਰਤ ਦੇ ਗ੍ਰਹਿ ਮੰਤਰੀ ਜਾਂ ਕਿਸੇ ਨੇ ਵੀ ਇਸ ਤੇ ਖੁੱਲ੍ਹ ਕੇ ਕੋਈ ਸਟੇਟਮੈਂਟ ਨਹੀਂ ਦਿੱਤੀ। ਜਦੋਂ ਇਹ ਕੁੜੀਆਂ ਮੈਡਲ ਲੈ ਕੇ ਆਉਂਦੀਆਂ ਸੀ ਓਲੰਪਿਕਸ ਦੇ ਵਿੱਚੋਂ, ਕਾਮਨਵੈਲਥ ਦੇ ਵਿੱਚੋਂ, ਤੁਸੀਂ ਦੇਖੋ ਇਹਨਾਂ ਨੇ ਕਿੰਨਾ ਨਾਮ ਰੌਸ਼ਨ ਕੀਤਾ। ਇਹਨਾਂ ਦੇ ਨਾਲ ਫੋਟੋਆਂ ਖਿਚਾਉਂਦੇ ਸੀ ਪ੍ਰਧਾਨ ਮੰਤਰੀ। ਪਰ ਉਸ ਤੋਂ ਬਾਅਦ ਜਦੋਂ ਤੇ ਇਹਨਾਂ ਨੇ ਐਲੀਗੇਸ਼ਨ ਲਾਏ ਤਾਂ ਇਹਨਾਂ ਨੂੰ ਬਿਲਕੁਲ ਹੀ ਭੁੱਲ ਗਏ। ਸੋ ਮੈਨੂੰ ਲੱਗਦਾ ਇਹ ਕਾਫੀ ਭਾਰਤ ਦੇ ਲੋਕਤੰਤਰ ਲਈ, ਡੈਮੋਕ੍ਰੇਸੀ ਲਈ, ਇੱਥੋਂ ਦੇ ਕ੍ਰਿਮੀਨਲ ਜਸਟਿਸ ਸਿਸਟਮ ਲਈ ਕਾਫੀ ਸ਼ਰਮ ਵਾਲੀ ਗੱਲ ਹੈ ਜੀ ਜੈਸਮੀਨ ਜੀ। ਮਨਪ੍ਰੀਤ, ਇੱਕ ਹੋਰ ਗੱਲ, ਆਪਾਂ ਡੈਮੋਕ੍ਰੇਸੀ ਦੀ ਕਰਦੇ ਹੁੰਦੇ ਹਾਂ ਤੇ ਇੱਥੇ ਗੱਲ ਹੋ ਰਹੀ ਹੈ ਇੱਕ ਜਰਨਲਿਸਟ ਦੀ। ਇੱਕ ਵਾਲ ਸਟਰੀਟ ਜਰਨਲ ਦੇ ਰਿਪੋਰਟਰ ਨੇ ਸਬਰੀਨਾ ਸਿੱਦੀਕੀ, ਜਿਨ੍ਹਾਂ ਨੇ ਬੜੇ ਬੇਬਾਕ ਤਰੀਕੇ ਦੇ ਨਾਲ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਤੋਂ ਸਵਾਲ ਕਰ ਲਿਆ ਤੇ ਸਵਾਲ ਕੀਤਾ ਮਾਈਨੋਰਿਟੀ ਕਮਿਊਨਿਟੀਜ਼ ਦੇ ਰਾਈਟਸ ਦੇ ਉੱਤੇ, ਜੋ ਕਿ ਉਹਨਾਂ ਦਾ ਇਹ ਕਹਿਣਾ ਵੀ ਇੰਡੀਆ 'ਚ ਇਸ ਵੇਲੇ ਉਹਨਾਂ ਦੇ ਰਾਈਟਸ ਕੁਛ ਨਹੀਂ ਹੈ, ਖੋਏ ਜਾ ਰਹੇ ਨੇ। ਇਹਦੇ ਤੇ ਇੰਨੀ ਟ੍ਰੋਲਿੰਗ ਹੋ ਰਹੀ ਹੈ, ਪਰ ਹੁਣ ਵਾਈਟ ਹਾਊਸ ਨੇ ਬਹੁਤ ਸੀਰੀਅਸਲੀ ਇਸ ਚੀਜ਼ ਨੂੰ ਨੋਟ ਇਸ ਚੀਜ਼ ਦਾ ਲਿਆ ਹੈ ਕਿ ਕੋਈ ਕਾਰਵਾਈ ਵੀ ਹੋਈ ਹੈ। ਬਿਲਕੁਲ, ਦੇਖੋ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਇਹ ਸਮਝੀਏ ਕਿ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ, ਇਹਨਾਂ ਨੂੰ ਆਦਤ ਹੀ ਨਹੀਂ ਹੈ
ਪਿਛਲੇ 9 ਸਾਲਾਂ ਦੇ ਵਿੱਚ ਇਹਨਾਂ ਨੇ ਇੱਕ ਵੀ ਭਾਰਤ ਦੇ ਵਿੱਚ ਪ੍ਰੈਸ ਕਾਨਫਰੰਸ ਨਹੀਂ ਕੀਤੀ, ਯਾਨੀ ਕਿ ਇਹਨਾਂ ਨੂੰ ਆਦਤ ਨਹੀਂ ਹੈ ਸਵਾਲ ਲੈਣ ਦੀ। ਜੀ ਜਿਹੜੇ ਇਹਨਾਂ ਦੇ ਸਮਰਥਕ ਨੇ, ਜਿਹੜੇ ਇਹਨਾਂ ਦੇ ਸ਼ੁਭ ਚਿੰਤਕ ਨੇ, ਇਹਨਾਂ ਦੇ ਸਪੋਰਟਰਸ ਨੇ, ਹੁਣ ਦੇਖੋ ਤੁਸੀਂ ਉਸ ਜਰਨਲਿਸਟ ਦੀ, ਜਿਸ ਤਰ੍ਹਾਂ ਤੁਸੀਂ ਵੀ ਕਿਹਾ ਜੈਸਮੀਨ ਜੀ, ਵਾਲ ਸਟਰੀਟ ਜਰਨਲ ਦੇ ਇਹ ਰਿਪੋਰਟਰ ਨੇ ਸਬਰੀਨਾ ਸਦੀਕੀ ਜੀ ਸਵਾਲ ਇਹੀ ਪੁੱਛਿਆ ਸੀ ਨਾ ਕਿ ਉੱਥੇ ਜਿਹੜੀਆਂ ਮਾਈਨੋਰਿਟੀਜ਼ ਦੇ ਰਾਈਟਸ ਨੂੰ ਲੈ ਕੇ ਖਬਰਾਂ ਆ ਰਹੀਆਂ ਨੇ, ਕਾਫੀ ਚਰਚਾਵਾਂ ਨੇ, ਉੱਥੇ ਖਾਸ ਤੌਰ ਤੇ ਮੁਸਲਿਮ ਭਾਈਚਾਰੇ ਨੂੰ ਲੈ ਕੇ ਗੱਲਾਂ ਆ ਰਹੀਆਂ ਨੇ, ਤੇ ਤੁਸੀਂ ਬਤੌਰ ਪ੍ਰਧਾਨ ਮੰਤਰੀ ਕੀ ਕਦਮ ਚੁੱਕੋਗੇ, ਕੀ ਇਸ ਤਰ੍ਹਾਂ ਦੇ ਸਟੈਪਸ ਲਓਗੇ ਤਾਂ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਜਾਂ ਜਾਨ ਮਾਲ ਆ ਉਹ ਮਹਿਫੂਜ਼ ਕੀਤੀ ਜਾ ਸਕੇ। ਕੇਵਲ ਇੰਨਾ ਸਿੱਧਾ ਸਵਾਲ ਸੀ। ਅੱਛਾ, ਪ੍ਰਧਾਨ ਮੰਤਰੀ ਨੇ ਉੱਥੇ ਕੀ ਕਿਹਾ? ਉਹ ਕਹਿੰਦੇ ਜੀ ਦੇਖੋ ਸਾਡੇ ਧਰਮਾਂ 'ਚ ਡੈਮੋਕ੍ਰੇਸੀ ਵਸਦੀ ਆ, ਸਾਡਾ ਤਾਂ DNA ਲੋਕਤੰਤਰ ਦਾ, ਸਾਰਾ ਕੁਝ ਤਮਾਮ ਗੱਲਾਂ, ਪਰ ਇਸ ਸਵਾਲ ਦਾ ਸਿੱਧਾ ਜਵਾਬ ਨਹੀਂ ਦਿੱਤਾ। ਚਲੋ ਇਹ ਤਾਂ ਗੱਲ ਇੱਥੇ ਤੱਕ ਰਹਿ ਗਈ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਵਾਪਸ ਆ ਜਾਂਦੇ ਨੇ, ਪਰ ਉਸ ਰਿਪੋਰਟਰ ਦੀ, ਸਬਰੀਨਾ ਸਦੀਕੀ ਦੀ ਟ੍ਰੋਲਿੰਗ ਸ਼ੁਰੂ ਹੋ ਜਾਂਦੀ ਆ, ਉਸ ਨੂੰ ਆਨਲਾਈਨ ਤੰਗ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ। ਆਖਿਰਕਾਰ ਵਾਈਟ ਹਾਊਸ ਨੂੰ ਅੱਗੇ ਆਉਣਾ ਪੈਂਦਾ ਔਰ ਉਹਨਾਂ ਦੇ ਜਿਹੜੇ ਜੌਨ ਕਰਬੀ ਨੇ, ਉੱਥੋਂ ਦੇ ਸਟ੍ਰੈਟੇਜਿਕ ਕਮਿਊਨੀਕੇਸ਼ਨ ਦੇ ਚੀਫ ਨੇ, ਉਹਨਾਂ ਨੇ ਇਸ ਤੱਕ ਕਿਹਾ ਕਿ ਇਹਨਾਂ ਗੱਲਾਂ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਅਮਰੀਕਾ ਪ੍ਰੈਸ ਫਰੀडम ਦੇ ਲਈ ਹਮੇਸ਼ਾ ਖੜਾ ਹੋਊਗਾ। ਇਸੇ ਤਰ੍ਹਾਂ ਉਹਨਾਂ ਦੀ ਪ੍ਰੈਸ ਸੈਕਟਰੀ ਨੇ ਵੀ ਇਹ ਗੱਲ ਕਹੀ ਆ। ਸੋ ਮੈਨੂੰ ਲੱਗਦਾ ਜਿਸ ਤਰ੍ਹਾਂ ਦੀ ਟ੍ਰੋਲਿੰਗ ਕਰਕੇ ਇਹ ਤਾਂ ਬਲਕਿ ਉਹਨਾਂ ਗੱਲਾਂ ਨੂੰ ਸਾਬਿਤ ਕਰ ਰਹੇ ਨੇ ਕਿ ਇੱਥੇ ਜਿਹੜੀਆਂ ਮਾਈਨੋਰਿਟੀ ਕਮਿਊਨਿਟੀਜ਼ ਨਾਲ ਇਸ ਤਰ੍ਹਾਂ ਭੇਦਭਾਵ ਹੁੰਦਾ। ਹੁਣ ਜੈਸਮੀਨ ਜੀ ਤੁਸੀਂ ਇੱਕ ਗੱਲ ਦੇਖੋ, ਇਹ ਤਾਂ ਸਬਰੀਨਾ ਸਦੀਕੀ ਅਮਰੀਕਾ ਦੇ ਵਿੱਚ ਆ, ਉੱਥੇ ਵੀ ਇਹ ਲੋਕ ਬਖਸ਼ ਨਹੀਂ ਰਹੇ ਉਹਨੂੰ, ਤੇ ਜੇ ਭਾਰਤ ਦੇ ਵਿੱਚ ਹੁੰਦੀ ਤੇ ਕੀ ਹਸ਼ਰ ਹੁੰਦਾ ਇਹਦਾ? ਬਿਲਕੁਲ, ਤੁਸੀਂ ਆਪ ਸਮਝੋ। ਸੋ ਇਸ ਕਰਕੇ ਇਹ ਲੋਕ ਉਹਨਾਂ ਗੱਲਾਂ ਨੂੰ ਪੁਖਤਾ ਕਰ ਰਹੇ ਨੇ, ਬਲਕਿ ਸੋ ਇਹ ਜਿਹੜੀਆਂ ਗੱਲਾਂ ਕਹਿਣੀਆਂ ਤੇ ਕਥਨੀ ਦੇ ਵਿੱਚ ਫਰਕ ਤਾਂ ਨਜ਼ਰ ਆਉਂਦਾ ਹੀ ਹੈ। ਜੀ ਜੈਸਮੀਨ ਜੀ। ਮਨਪ੍ਰੀਤ ਦੇਖੋ, ਨਰਿੰਦਰ ਮੋਦੀ ਹੋਣਾ ਨੂੰ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਜਿੱਥੇ ਜਵਾਬ ਦੇਣਾ ਚਾਹੀਦਾ ਸੀ ਉੱਥੇ ਉਹਨਾਂ ਨੇ ਜਵਾਬ ਨਹੀਂ ਦਿੱਤਾ, ਲੇਕਿਨ ਜਦੋਂ ਮੱਧ ਪ੍ਰਦੇਸ਼ 'ਚ ਆਏ ਉਦੋਂ ਆ ਕੇ ਇਹਨਾਂ ਨੂੰ ਬਹੁਤ ਗੱਲਾਂ ਸੁਝਦੀਆਂ, ਉਦੋਂ ਸਟੇਟਮੈਂਟਸ ਵੀ ਬਹੁਤ ਨਿਕਲ ਕੇ ਆਉਂਦੀਆਂ ਨੇ। ਬਿਲਕੁਲ, ਤੁਸੀਂ ਦੇਖੋ ਹੁਣ ਮੱਧ ਪ੍ਰਦੇਸ਼ ਦੀਆਂ ਇਲੈਕਸ਼ਨਸ ਨੇ ਜੀ, ਮੱਧ ਪ੍ਰਦੇਸ਼ ਦੇ ਵਿੱਚ ਆਉਂਦੇ ਨੇ 6 ਦਿਨਾਂ ਦਾ ਦੌਰਾ, ਪਹਿਲਾਂ ਇਹ ਅਮਰੀਕਾ ਹੁੰਦੇ, ਉਸ ਤੋਂ ਬਾਅਦ ਈਜਿਪਟ ਜਾਂਦੇ ਨੇ, ਤੇ ਜੈਸਮੀਨ ਜੀ ਤੁਹਾਨੂੰ ਇਹ ਵੀ ਪਤਾ ਕਿ ਈਜਿਪਟ ਦੇ ਵਿੱਚ ਜਾ ਕੇ ਉੱਥੇ ਇੱਕ ਮਸਜਿਦ ਵਿੱਚ ਜਾਂਦੇ ਨੇ, ਉਹ ਉੱਥੇ ਵਿਜ਼ਿਟ ਕਰਦੇ ਨੇ, ਯਾਨੀ ਕਿ ਆਪਣੇ ਤੇ ਜਿਹੜੇ ਇਸ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ ਕਿ ਮਾਈਨੋਰਿਟੀ ਕਮਿਊਨਿਟੀ ਤੇ ਜਾਂ ਖਾਸ ਤੌਰ ਤੇ ਮੁਸਲਿਮ ਭਾਈਚਾਰੇ ਦੇ ਖਿਲਾਫ ਆ, ਉਹਨਾਂ ਨੂੰ ਕਿਤੇ ਨਾ ਕਿਤੇ ਆਪਣੇ ਜਿਹੜੇ ਦਾਗ ਸੀ ਉਹਨਾਂ ਨੂੰ ਧੋਣਾ ਚਾਹੁੰਦੇ ਸੀ। ਖੈਰ ਉਹ ਇੱਕ ਵੱਖਰੀ ਗੱਲ ਆ, ਪਰ ਮੱਧ ਪ੍ਰਦੇਸ਼ ਦੇ ਵਿੱਚ ਆ ਕੇ ਕਿਉਂਕਿ ਚੋਣਾਂ ਆ ਰਹੀਆਂ ਨੇ, ਉੱਥੇ ਆ ਕੇ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰਦੇ ਆ। ਹੁਣ ਤੁਸੀਂ ਦੇਖੋ ਕਿ ਇਸ ਤੇ ਭਾਰਤ ਦੇ ਵਿੱਚ ਚਰਚਾ ਹੋਈ ਆ। ਜੋ ਲੋਕ ਇਹ ਕਹਿੰਦੇ ਨੇ ਕਿ ਭਾਰਤ ਦਾ ਇੱਕ ਝੰਡਾ ਹੋਣਾ ਚਾਹੀਦਾ, ਇੱਕ ਲੈਂਗੁਏਜ ਹੋਣੀ ਚਾਹੀਦੀ ਹੈ, ਇੱਕ ਖਾਣ ਪਾਣ ਹੋਣਾ ਚਾਹੀਦਾ, ਮੈਨੂੰ ਲੱਗਦਾ ਸ਼ਾਇਦ ਉਹਨਾਂ ਨੂੰ ਭਾਰਤ ਦੀ ਡਾਇਵਰਸਿਟੀ ਪਤਾ ਨਹੀਂ ਆ, ਉਹ ਭਾਰਤ ਨੂੰ ਚੰਗੀ ਤਰ੍ਹਾਂ ਸਮਝਦੇ ਨਹੀਂ ਆ। ਦੇਖੋ ਇੱਥੇ ਅਲੱਗ-ਅਲੱਗ ਭਾਈਚਾਰੇ ਰਹਿੰਦੇ ਨੇ, ਵੱਖਰੇ-ਵੱਖਰੇ ਧਰਮ ਨੇ, ਵੱਖਰੀਆਂ-ਵੱਖਰੀਆਂ ਕਮਿਊਨਿਟੀਜ਼ ਨੇ, ਤਬਕੇ ਨੇ, ਸਾਰਿਆਂ ਦੇ ਆਪਣੇ। ਹੁਣ ਕੋਈ ਕਿਸ ਤਰ੍ਹਾਂ ਵਿਆਹ ਕਰਾਉਂਦਾ, ਉਹਨਾਂ ਦੇ ਡਾਈਵੋਰਸਿਸ ਕਿਸ ਤਰ੍ਹਾਂ ਹੁੰਦੇ ਨੇ, ਉਹਨਾਂ ਦੀ ਪ੍ਰਾਪਰਟੀ ਜਿਹੜੀਆਂ ਉਹ ਕਿਸ ਤਰ੍ਹਾਂ ਹੁੰਦੀਆਂ ਨੇ, ਕੀ ਇਹਨਾਂ ਚੀਜ਼ਾਂ ਨੂੰ ਅਸੀਂ ਦਰਕਿਨਾਰ ਕਰ ਸਕਦੇ ਨੇ? ਪਰ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਹੈ, ਕਿਉਂਕਿ ਇਹਨਾਂ ਦੇ ਮੁੱਦੇ ਸੀ, ਪਹਿਲਾਂ ਸੀ ਰਾਮ ਮੰਦਿਰ, ਉਹ ਇਹਨਾਂ ਨੇ ਬਣਾ ਲਿਆ, 370 ਸੀ ਉਹ ਖਤਮ ਕਰਤਾ, ਹੁਣ ਰਹਿ ਗਿਆ ਇਹਨਾਂ ਨੂੰ ਸਨ 2024 ਚ ਮੁੱਦਾ ਚਾਹੀਦਾ। ਸੋ ਯੂਨੀਫਾਰਮ ਸਿਵਲ ਕੋਡ, ਇਹਨਾਂ ਨੂੰ ਲੱਗਦਾ ਕਿ ਅਸੀਂ ਜੇ ਮੁੱਦਾ ਲੈ ਆਵਾਂਗੇ ਤੇ ਸ਼ਾਇਦ ਸਾਡੇ ਨਾਲ ਭਾਰਤ ਜੁੜ ਕੇ ਤੇ ਸਾਨੂੰ ਫੇਰ ਵੋਟਾਂ ਪਾ ਦੂਗਾ। ਇਸ ਮਨਸ਼ਾ ਦੇ ਨਾਲ ਆਪੋਜੀਸ਼ਨ ਪਾਰਟੀਆਂ ਨੇ ਇਸ ਦਾ ਪੁਰਜ਼ੋਰ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਇਸ ਤੇ ਪਹਿਲਾਂ ਵਿਆਪਕ ਚਰਚਾ ਕਰੋ, ਉਸ ਤੋਂ ਬਾਅਦ ਇਸ ਮੁੱਦੇ ਨੂੰ ਅੱਗੇ ਲਿਆਓ। ਜੀ ਜੈਸਮੀਨ ਜੀ। ਮਨਪ੍ਰੀਤ, ਮੈਨੂੰ ਲੱਗਦਾ ਕਿ ਜਦੋਂ ਵੀ ਇਹੋ ਜਿਹੇ ਕੋਈ ਪੋਲੀਟੀਕਲ ਸਟੇਟਮੈਂਟਸ ਆਉਂਦੇ ਨੇ, ਸਾਰਾ ਕੁਝ ਆਪੋਜੀਸ਼ਨ ਤਾਂ ਚਲੋ ਸਤਰਕ ਹੋ ਜਾਂਦੀ ਹੈ, ਪਰ ਇੱਕ ਆਮ ਇਨਸਾਨ, ਆਮ ਜਨਤਾ ਨੂੰ ਇਹਦੀ ਭਰਪਾਈ ਕਰਨੀ ਪੈਂਦੀ ਹੈ। ਜਿੱਦਾਂ ਕਿ ਇਸ ਵੇਲੇ ਮਨੀਪੁਰ 'ਚ ਜਿਹੜਾ ਹਾਲ ਚੱਲ ਰਿਹਾ, ਕਾਂਗਰਸ ਲੀਡਰ ਕਿਹਾ ਜਾ ਰਿਹਾ ਸੀ ਉਹਨਾਂ ਨੇ ਵਿਜ਼ਿਟ ਕਰਨਾ, ਐਥਨਿਕ ਕਲੈਸ਼ਸ ਚੱਲ ਰਹੇ ਨੇ, ਕੀ ਇਸ ਵੇਲੇ ਹਾਲ ਹੈ ਮਨੀਪੁਰ ਦਾ? ਦੇਖੋ ਮਨੀਪੁਰ ਤੇ ਇੱਕ ਗੱਲ ਬੜੀ ਸਪਸ਼ਟ ਆ ਕਿ ਇਸ ਸਰਕਾਰ, ਜਿਹੜੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੇ ਵਿੱਚ ਆ, ਤੁਸੀਂ ਅਕਸਰ ਸੁਣਿਆ ਹੋਣਾ ਜੈਸਮੀਨ ਜੀ, ਇਹ ਕਹਿੰਦੇ ਡਬਲ ਇੰਜਨ ਦੀ ਸਰਕਾਰ ਬਣਾਓ, ਯਾਨੀ ਕਿ ਸੂਬੇ ਜਾਂ ਪ੍ਰੋਵਿੰਸ ਦੇ ਵਿੱਚ ਵੀ ਬਣਵਾ ਦਿਓ ਤੇ ਸਾਡੀ ਸਰਕਾਰ ਕੇਂਦਰ 'ਚ ਤਾਂ ਹੈਗੀ ਹੈ ਤੇ ਆਪਾਂ ਰਲ ਕੇ ਵਧੀਆ ਤਰੱਕੀ ਕਰਾਂਗੇ। ਸੁਣਨ ਨੂੰ ਬਹੁਤ ਚੰਗਾ ਲੱਗਦਾ, ਪਰ ਹੁਣ ਤੁਸੀਂ ਦੇਖੋ ਮਨੀਪੁਰ ਲਗਭਗ 2 ਮਹੀਨੇ ਹੋ ਗਏ ਤੇ ਹਿੰਸਾ ਚੱਲ ਰਹੀ ਹੈ। 120 ਤੋਂ ਵੱਧ ਵਿਅਕਤੀ ਮਾਰੇ ਗਏ ਨੇ, 3000 ਦੇ ਕਰੀਬ ਜ਼ਖਮੀ ਹੋ ਗਏ ਨੇ, 50,000 ਤੋਂ ਵੱਧ ਡਿਸਪਲੇਸ ਹੋ ਗਏ ਨੇ, ਯਾਨੀ ਕਿ ਬੇਘਰ ਹੋ ਗਏ ਨੇ। ਤੇ ਕੀ ਹਜੇ ਤੱਕ ਜਿਹੜੀ ਕੇਂਦਰ ਸਰਕਾਰ ਸੀ ਉਹ ਸੁੱਤੀ ਪਈ ਸੀ? ਬਿਲਕੁਲ ਤੇ ਬਿਲਕੁਲ ਅਸਫਲ ਹੋਈ ਹੈ ਸਰਕਾਰ ਇਸ ਤੇ। ਹਾਲਾਂਕਿ ਅਮਿਤ ਸ਼ਾਹ ਗ੍ਰਹਿ ਮੰਤਰੀ ਨੇ, ਹੁਣ ਵੀ ਉੱਥੇ ਗਏ ਨੇ ਔਰ ਉੱਥੇ ਸਾਰੀਆਂ ਸਿਕਿਉਰਿਟੀ ਫੋਰਸਿਸ ਲੱਗੀਆਂ ਹੋਈਆਂ ਨੇ, ਪਰ ਫਿਰ ਵੀ ਹਿੰਸਾ ਨਹੀਂ ਰੁਕੀ। ਔਰ 2 ਮਹੀਨਿਆਂ ਬਾਅਦ ਜਾ ਕੇ ਇਸ ਸਰਕਾਰ ਦੀ ਨੀਂਦ ਖੁੱਲਦੀ ਹੈ ਤੇ ਇੱਕ ਆਲ ਪਾਰਟੀ ਮੀਟਿੰਗ ਬੁਲਾਉਂਦੇ ਨੇ, ਪਰ ਉਦੋਂ ਪ੍ਰਧਾਨ ਮੰਤਰੀ ਅਮਰੀਕਾ 'ਚ ਹੁੰਦੇ ਨੇ ਤੇ ਪੋਲੀਟੀਕਲ ਪਾਰਟੀਆਂ ਕਹਿੰਦੀਆਂ ਕਿ ਜਦੋਂ ਪ੍ਰਧਾਨ ਮੰਤਰੀ ਹੈ ਨਹੀਂ
ਇਸ ਆਲ ਪਾਰਟੀ ਮੀਟਿੰਗ ਦਾ ਮਤਲਬ ਕੀ ਹੈ? ਬਿਲਕੁਲ ਸੋ ਇਹ ਸਾਰਾ ਕੁਝ ਚੱਲ ਰਿਹਾ। ਹੁਣ ਰਾਹੁਲ ਗਾਂਧੀ ਉੱਥੇ ਜਾ ਰਹੇ ਨੇ ਯਾਤਰਾ ਤੇ, ਦੇਖਦੇ ਆ ਪਹਿਲੀ ਗੱਲ ਤਾਂ ਉਹਨਾਂ ਨੂੰ ਜਾਣ ਦਿੰਦੇ ਆ ਕਿ ਨਹੀਂ ਦਿੰਦੇ। ਤੁਹਾਨੂੰ ਯਾਦ ਹੋਣਾ ਜਦੋਂ ਜੀ 70 ਖਤਮ ਕੀਤੀ ਸੀ ਤੇ ਇਹ ਜੰਮੂ ਕਸ਼ਮੀਰ ਗਏ ਸੀ ਤੇ ਇਹਨਾਂ ਨੂੰ ਰਾਹ 'ਚ ਹੀ ਰੋਕ ਲਿਆ ਸੀ। ਖੈਰ ਦੇਖਦੇ ਆ ਕਿ ਇਸ ਤੋਂ ਬਾਅਦ ਇਸ ਤੇ ਕੀ ਪ੍ਰਕਿਰਿਆ ਹੁੰਦੀ ਹੈ। ਜੀ ਜੈਸਮੀਨ ਜੀ। ਮਨਪ੍ਰੀਤ ਵਾਪਸ ਮੱਧ ਪ੍ਰਦੇਸ਼ ਤੇ ਹੀ ਆਉਣੀ ਆ ਵੀ ਅਸੈਂਬਲੀ ਪੋਸਟ ਹੁਣ ਇੱਕ ਆਪਾਂ ਦੇਖ ਰਹੇ ਹਾਂ ਵੀ ਸਰਵੇ ਹੋਇਆ ਤੇ ਉੱਥੇ ਕਾਂਗਰਸ ਜਿਹੜੀ ਹੈ ਜੀ ਉਹ ਗਾਂਹ ਚੱਲ ਰਹੀ ਹੈ ਬੀਜੇਪੀ ਤੋਂ। ਇਹ ਵੀ ਹੁਣ ਮੈਨੂੰ ਚਮਤਕਾਰ ਹੀ ਲੱਗ ਰਿਹਾ ਇਸ ਵੇਲੇ ਦਾ। ਤਾਂ ਤੁਸੀਂ ਯਾਦ ਕਰੋ ਸਨ 2018 ਦੇ ਵਿੱਚ ਵੀ ਮੱਧ ਪ੍ਰਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਸੀ। ਜੀ ਕਮਲਨਾਥ ਉਦੋਂ ਮੁੱਖ ਮੰਤਰੀ ਬਣੇ ਸੀ ਪਰ ਇਸ ਸਰਕਾਰ ਨੂੰ ਤੋੜ ਦਿੱਤਾ ਗਿਆ ਸੀ। ਉਸ ਤੋਂ ਬਾਅਦ ਸ਼ਿਵਰਾਜ ਸਿੰਘ ਚੌਹਾਨ ਆਏ ਸੀ। ਹੁਣ ਫੇਰ ਦੁਬਾਰਾ ਜਿਹੜੀ ਇਸ ਮੱਧ ਪ੍ਰਦੇਸ਼ ਦੀ ਚੋਣ ਆ ਰਹੀ ਆ ਔਰ ਇਹ ਭਾਰਤੀ ਜਨਤਾ ਪਾਰਟੀ ਲਈ ਬੜੀ ਇੰਪੋਰਟੈਂਟ ਸੀਟ ਆ। 230 ਸੀਟਾਂ ਇੱਥੇ ਨੇ। ਪਰ ਹੁਣ ਜਿਹੜਾ ਤਾਜ਼ਾ ਸਰਵੇ ਆਇਆ ਉਹ ABP ਤੇ ਨਾਲ ਸੀ ਵੋਟਰ ਦਾ ਸਰਵੇ ਆਇਆ, ਉਹਦੇ ਵਿੱਚ ਕਲੀਅਰ ਕਿਹਾ ਗਿਆ ਕਿ ਕਾਂਗਰਸ ਅੱਗੇ ਆ ਔਰ ਉੱਥੇ ਰਾਹੁਲ ਗਾਂਧੀ ਦਾ ਪ੍ਰਭਾਵ ਕਾਫੀ ਵੱਧ ਰਿਹਾ। ਤੁਸੀਂ ਯਾਦ ਕਰੋ ਕਰਨਾਟਕ ਦੇ ਵਿੱਚ ਵੀ ਇਸ ਤਰ੍ਹਾਂ ਦੇ ਪਹਿਲਾਂ ਸਰਵੇ ਆਏ ਸੀ ਔਰ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕਾਂਟੇ ਦੀ ਟੱਕਰ ਆ। ਬਾਅਦ ਦੇ ਵਿੱਚ ਇੰਨਾ ਕੁ ਫਰਕ ਆ ਗਿਆ ਕਿ ਕਾਂਗਰਸ ਬਹੁਤ ਅੱਗੇ ਚਲੀ ਗਈ। ਇੱਕ ਗੱਲ ਮੈਂ ਤੁਹਾਨੂੰ ਹੋਰ ਵੀ ਦੱਸਦਾ ਇੱਥੇ ਇੰਟਰਸਟਿੰਗ ਆ, ਉਹ ਇਹ ਆ ਕਿ ਕਰਨਾਟਕ ਦੇ ਵਿੱਚ ਜਿਹੜੇ ਉੱਥੋਂ ਦੇ ਭਾਰਤੀ ਜਨਤਾ ਪਾਰਟੀ ਦੇ CM ਸੀ ਉਹਨਾਂ ਨੂੰ 40% CM ਕਿਹਾ ਜਾਂਦਾ ਸੀ। ਉਹਨਾਂ ਦੇ ਪੋਸਟਰ ਵੀ ਲੱਗੇ ਸੀ ਕਿ 40% ਹਰੇਕ ਕਮਿਸ਼ਨ ਲੈਂਦੇ ਨੇ, ਰਿਸ਼ਵਤ ਲੈਂਦੇ ਨੇ। ਤੇ ਮੱਧ ਪ੍ਰਦੇਸ਼ ਦੇ CM ਦੇ 50% ਦੇ ਲੱਗ ਰਹੇ ਨੇ, 50% ਦੀ ਰਿਸ਼ਵਤ ਲੈਂਦੇ ਨੇ। ਹੁਣ ਇਹ ਗੱਲਾਂ 'ਚ ਕਿੰਨੀ ਕੁ ਸੱਚਾਈ ਆ ਇਹ ਤਾਂ ਖੈਰ ਆਪੋਜੀਸ਼ਨ ਪਾਰਟੀ ਦੱਸ ਸਕਦੀ ਆ, ਪਰ ਇਸ ਤਰ੍ਹਾਂ ਦਾ ਪ੍ਰਚਾਰ ਉੱਥੇ ਜ਼ਰੂਰ ਹੋ ਰਿਹਾ ਔਰ ਭਾਰਤੀ ਜਨਤਾ ਪਾਰਟੀ ਲਈ ਮੱਧ ਪ੍ਰਦੇਸ਼ ਬਚਾਉਣਾ ਇਸ ਵਕਤ ਕਾਫੀ ਮੁਸ਼ਕਿਲ ਹੋ ਰਿਹਾ। ਜੀ ਜੈਸਮੀਨ ਜੀ। ਮਨਪ੍ਰੀਤ ਜੀ ਅੱਜ ਤੁਹਾਡੇ ਨਾਲ ਗੱਲ ਕਰਕੇ ਤੇ ਇਦਾਂ ਲੱਗ ਰਿਹਾ ਕਿ ਪੋਲਿਟਿਕਸ ਹੈਜ਼ ਬਿਕਮ ਵੈਰੀ ਐਂਟਰਟੇਨਿੰਗ। ਜੀ ਜੀ ਔਰ ਲੱਗਦਾ ਹੈ ਕਿ ਪੋਲਿਟਿਕਸ ਐਂਟਰਟੇਨਿੰਗ ਵੀ ਹੋਵੇ ਪਰ ਲੋਕਾਂ ਲਈ ਜਾਂ ਲੋਕਾਂ ਦੀ ਭਲਾਈ ਲਈ ਜ਼ਰੂਰ ਇਹ ਕੰਮ ਕਰਨ, ਕੇਵਲ ਸਟੇਟਮੈਂਟ ਤੱਕ ਇਹ ਸੀਮਿਤ ਨਾ ਰਹਿਣ। ਜੀ ਜੈਸਮੀਨ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਜੀ। ਕੱਲ ਮਿਲਦੇ ਹਾਂ ਜੀ ਤੁਹਾਨੂੰ। ਥੈਂਕ ਯੂ ਸੋ ਮਚ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੈਸਮੀਨ ਜੀ। ਥੈਂਕ ਯੂ।